यीशु बुला रहा, यीशु बुला रहा, तेरा नाम लेने कर तुझे यीशु बुला रहा, तेरा नाम लेने कर तुझे यीशु बुला रहा, यीशु बुला रहा, यीशु बुला रहा, तेरा नाम लेने कर तुझे यीशु बुला रहा, तेरा नाम लेने कर तुझे यीशु बुला रहा। क्या पाएगा तू जीत कर इस दुनिया को, क्या पाएगा तू जीत कर इस दुनिया को, क्या लाभ होगा करे आत्मा को, तू आजा यीशु के पास, तुझे यीशु बुला रहा, तुझे आजा यीशु के पास, तुझे यीशु बुला रहा, यीशु बुला रहा, बुला रहा, तेरा नाम ले कर तुझे यीशु बुला रहा, तेरा नाम ले कर तुझे यीशु बुला रहा। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਪਿਆਰੇ ਭੈਣ ਤੇ ਭਰਾਓ, ਅਸੀਂ ਰੋਜ਼ਾਂ ਦੀ ਸ਼ੁਰੂਆਤ ਵਿੱਚ ਹਾਂ। ਅੱਜ ਤੀਸਰਾ ਰੋਜ਼ਾ ਹੈ। ਸਾਡੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਨੇ ਕਈ ਉਦੇਸ਼ਾਂ ਨਾਲ ਇਹਨਾਂ ਰੋਜ਼ਾਂ ਵਿੱਚ ਪ੍ਰਵੇਸ਼ ਕੀਤਾ ਹੋਵੇਗਾ। ਸਭ ਤੋਂ ਵੱਡੀ ਗੱਲ ਇਹੀ ਹੈ ਕਿ ਅਸੀਂ ਇਹਨਾਂ ਰੋਜ਼ਾਂ ਦੇ ਦੌਰਾਨ ਖੁਦਾ ਦੇ ਨਾਲ ਹੋਰ ਨੇੜਤਾ ਕਾਇਮ ਕਰੀਏ। ਖੁਦਾ ਦੇ ਨਾਲ ਨੇੜਤਾ ਕਾਇਮ ਕਰਨ ਦਾ ਰਸਤਾ ਇਹ ਹੈ ਕਿ ਅਸੀਂ ਆਪਣੀਆਂ ਬੁਰਾਈਆਂ ਨੂੰ, ਆਪਣੀਆਂ ਗਲਤੀਆਂ ਨੂੰ, ਗੁਨਾਹਾਂ ਨੂੰ ਪਹਿਚਾਨੀਏ ਅਤੇ ਉਹਨਾਂ ਨੂੰ ਇੱਕ ਇੱਕ ਕਰਕੇ ਹੌਲੀ ਹੌਲੀ ਆਪਣੀ ਆਤਮਾ ਵਿੱਚੋਂ, ਆਪਣੇ ਦਿਲੋਂ ਦਿਮਾਗ ਵਿੱਚੋਂ, ਸੋਚਾਂ ਵਿਚਾਰਾਂ ਵਿੱਚੋਂ ਬਾਹਰ ਕੱਢਦੇ ਹੋਏ ਸ਼ੁੱਧਤਾ ਹਾਸਲ ਕਰੀਏ। ਇਸ ਤਰੀਕੇ ਨਾਲ ਖੁਦਾ ਚਾਹੁੰਦਾ ਹੈ ਕਿ ਅਸੀਂ ਇਹਨਾਂ ਰੋਜ਼ਾਂ ਦੇ ਦੌਰਾਨ ਉਸ ਦੇ ਨਾਲ ਹੋਰ ਨੇੜਤਾ ਵਾਲਾ ਸੰਬੰਧ ਕਾਇਮ ਰੱਖੀਏ। ਆਓ ਅਸੀਂ ਆਪਣੇ ਆਪ ਦੀ ਤਿਆਰੀ ਕਰੀਏ, ਆਪਣੇ ਸਾਰੇ ਗਲਤੀਆਂ ਗੁਨਾਹਾਂ ਨੂੰ ਪ੍ਰਭੂ ਦੀ ਦਇਆ ਵਿੱਚ ਇਸ ਅਲਤਾਰ ਉੱਤੇ ਚੜਾਈਏ। ਸੱਚੇ ਦਿਲ ਨਾਲ ਪਛਤਾਵਾ ਕਰਦੇ ਪ੍ਰਭੂ ਕੋ ਮਾਫੀ ਮੰਗੇ ਤਾਂ ਯੋਗ ਢੰਗ ਨਾਲ ਇਹਨਾਂ ਪਵਿੱਤਰ ਪੈਦਾ ਨੂੰ ਅਸੀਂ ਮਨਾ ਸਕੀਏ।
ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਕੁਫਾਰੇ ਦੇ ਜੋ ਕੰਮ ਅਸੀਂ ਸ਼ੁਰੂ ਕੀਤੇ ਹਨ ਉਹਨਾਂ ਉੱਤੇ ਤਰਸ ਕਰ, ਬਖਸ਼ ਦੇ ਕਿ ਜੋ ਜਿਸਮਾਨੀ ਤਪੱਸਿਆ ਅਸੀਂ ਆਪਣੇ ਜ਼ਿੰਮੇ ਲੈ ਲਈ ਹੈ ਉਸ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਸਾਨੂੰ ਸ਼ਕਤੀ ਪ੍ਰਾਪਤ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪਾਠ ਪਹਿਲਾ। ਯਸ਼ਾਇਆ ਨਬੀ ਦਾ ਗ੍ਰੰਥ, ਉਸ ਦਾ 58 ਬਾਬ 1 ਤੋਂ 9 ਆਇਤ ਤੱਕ। ਪ੍ਰਭੂ ਕਹਿੰਦਾ ਹੈ, ਤੂੰ ਉੱਚੀ ਦਿੱਤੀ ਪੁਕਾਰ, ਤੂੰ ਮੇਰੇ ਲੋਕਾਂ ਇਸਰਾਏਲ ਨੂੰ ਉਹਨਾਂ ਦੇ ਪਾਪਾਂ ਬਾਰੇ ਦੱਸ। ਉਹ ਹਰ ਦਿਨ ਮੇਰੀ ਉਪਾਸਨਾ ਕਰਦੇ ਅਤੇ ਉਹ ਦਾਅਵਾ ਕਰਦੇ ਹਨ ਕਿ ਉਹ ਮੇਰੇ ਰਾਹ ਨੂੰ ਜਾਣਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਮੈਂ ਉਹਨਾਂ ਨੂੰ ਭਲੇ ਨਿਯਮ ਦੇਵਾਂ ਅਤੇ ਉਹਨਾਂ ਨੂੰ ਮੇਰੀ ਉਪਾਸਨਾ ਕਰਨ ਤੋਂ ਖੁਸ਼ੀ ਮਿਲਦੀ ਹੈ। ਲੋਕ ਕਹਿੰਦੇ ਹਨ, ਅਸੀਂ ਕਿਉਂ ਵਰਤ ਰੱਖੀਏ ਜੇਕਰ ਪ੍ਰਭੂ ਨੇ ਸਾਡੇ ਵੱਲ ਧਿਆਨ ਨਹੀਂ ਦੇਣਾ ਹੈ? ਅਸੀਂ ਕਿਉਂ ਭੁੱਖੇ ਰਹੀਏ ਜੇਕਰ ਉਸ ਨੇ ਸਾਡੀ ਪਰਵਾਹ ਨਹੀਂ ਕਰਨੀ ਹੈ? ਪ੍ਰਭੂ ਉਹਨਾਂ ਨੂੰ ਕਹਿੰਦਾ ਹੈ, ਸੱਚਾਈ ਤਾਂ ਇਹ ਹੈ ਕਿ ਵਰਤ ਰੱਖਦੇ ਸਮੇਂ ਵੀ ਤੁਸੀਂ ਆਪਣਾ ਹੀ ਲਾਭ ਦੇਖਦੇ ਹੋ ਅਤੇ ਆਪਣੇ ਮਜ਼ਦੂਰਾਂ ਉੱਤੇ ਅਤਿਆਚਾਰ ਕਰਦੇ ਹੋ। ਤੁਹਾਡੇ ਵਰਤ ਤੁਹਾਨੂੰ ਹੋਰ ਕ੍ਰੋਧਿਤ ਕਰਦੇ ਹਨ ਅਤੇ ਤੁਸੀਂ ਆਪੋ ਵਿੱਚ ਲੜਦੇ ਝਗੜਦੇ ਹੋ। ਫਿਰ ਕੀ ਤੁਸੀਂ ਸੋਚਦੇ ਹੋ ਕਿ ਤੁਹਾਡੇ ਇਹੋ ਜਿਹੇ ਵਰਤ ਮੈਨੂੰ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਲਈ ਪ੍ਰੇਰਨਾ ਦੇਣਗੇ? ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਦੁਖੀ ਕਰਦੇ, ਤੁਸੀਂ ਆਪਣੇ ਆਪ ਨੂੰ ਦੀਨ ਪ੍ਰਗਟ ਕਰਨ ਦੇ ਲਈ ਸੁੱਕੇ ਤੇਲ ਦੀ ਤਰ੍ਹਾਂ ਸਿਰ ਹੇਠ ਨੀਵਾਂ ਕਰ ਲੈਂਦੇ ਹੋ ਅਤੇ ਤੁਸੀਂ ਤੱਪੜ ਤੇ ਸੁਆਹ ਆਪਣੇ ਲੇਟਣ ਲਈ ਵਿਛਾਉਂਦੇ ਹੋ। ਕੀ ਇਹੋ ਹੀ ਤੁਹਾਡਾ ਵਰਤ ਹੈ ਕਿ ਤੁਸੀਂ ਸੋਚਦੇ ਹੋ ਕਿ ਮੈਂ ਇਸ ਤੋਂ ਖੁਸ਼ ਹੋਵਾਂਗਾ? ਜੋ ਵਰਤ ਮੈਂ ਪਸੰਦ ਕਰਦਾ ਹਾਂ ਉਹ ਇਹ ਹੈ, ਤੁਸੀਂ ਅਤਿਆਚਾਰ ਅਤੇ ਅਨਿਆਂ ਕਰਨਾ ਛੱਡ ਦੇਵੋ ਅਤੇ ਪੀੜਤਾਂ ਨੂੰ ਸੁਤੰਤਰ ਛੱਡ ਦੇਵੋ। ਤੁਸੀਂ ਆਪਣਾ ਭੋਜਨ ਭੁੱਖਿਆਂ ਨਾਲ ਵੰਡ ਕੇ ਖਾਓ। ਆਪਣੇ ਘਰ ਵਿੱਚ ਬਿਨਾਂ ਘਰਾਂ ਦੇ ਬੇਸਹਾਰਿਆਂ ਨੂੰ ਸਹਾਰਾ ਦੇਵੋ, ਨੰਗਿਆਂ ਨੂੰ ਕੱਪੜਾ ਦੇਵੋ ਅਤੇ ਆਪਣੇ ਸੰਬੰਧੀਆਂ ਵੱਲੋਂ ਮੂੰਹ ਨਾ ਮੋੜੋ। ਤਦ ਮੇਰੀ ਦਇਆ ਸਵੇਰ ਦੇ ਸੂਰਜ ਵਾਂਗ ਤੁਹਾਡੇ ਉੱਤੇ ਚਮਕੇਗੀ ਅਤੇ ਤੁਹਾਡੇ ਜ਼ਖਮ ਤੁਰੰਤ ਚੰਗੇ ਹੋ ਜਾਣਗੇ। ਮੈਂ ਹਮੇਸ਼ਾ ਤੁਹਾਡੇ ਬਚਾਅ ਲਈ ਤੁਹਾਡੇ ਨਾਲ ਹੋਵਾਂਗਾ ਅਤੇ ਮੇਰੀ ਹਜ਼ੂਰੀ ਹਰ ਪਾਸੇ ਤੁਹਾਡਾ ਬਚਾਅ ਕਰੇਗੀ। ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਮੈਂ ਉੱਤਰ ਦੇਵਾਂਗਾ ਅਤੇ ਜਦੋਂ ਤੁਸੀਂ ਮੈਨੂੰ ਸੱਦੋਗੇ
ਤਾਂ ਮੈਂ ਤੁਹਾਡੀ ਸੁਣਾਂਗਾ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਜ਼ਬੂਰ ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਐ ਖੁਦਾ, ਆਪਣੀ ਕਿਰਪਾ ਅਨੁਸਾਰ ਮੇਰੇ ਉੱਤੇ ਦਇਆ ਕਰ। ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ। ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ। ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਮੈਂ ਕੇਵਲ ਤੇਰੇ ਵਿਰੁੱਧ ਪਾਪ ਕੀਤਾ ਹੈ। ਮੈਂ ਉਹ ਹੀ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਤੂੰ ਤਾਂ ਬਲੀਦਾਨ ਨਾਲ ਪ੍ਰਸੰਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ। ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ। ਖੁਦਾ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਅਨੁਵਚਨ। ਐ ਖੁਦਾ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਜੈਕਾਰਾ। ਐ ਮਸੀਹਾ, ਤੇਰੀ ਵਡਿਆਈ ਅਤੇ ਉਸਤਤ ਹੋਵੇ। ਐ ਮਸੀਹਾ, ਤੇਰੀ ਵਡਿਆਈ ਅਤੇ ਉਸਤਤ ਹੋਵੇ। ਤੁਸੀਂ ਬੁਰਾਈ ਦੀ ਥਾਂ ਭਲਾਈ ਕਰੋ ਤਾਂ ਤੁਸੀਂ ਜਿਉਂਦੇ ਰਹੋਗੇ। ਤਦ ਪ੍ਰਭੂ ਸੈਨਾ ਦਾ ਖੁਦਾ ਸੱਚਮੁੱਚ ਤੁਹਾਡੇ ਨਾਲ ਰਹੇਗਾ। ਅਨੁਵਚਨ। ਐ ਮਸੀਹਾ, ਤੇਰੀ ਵਡਿਆਈ ਅਤੇ ਉਸਤਤ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 9 ਅਧਿਆਇ 14 ਅਤੇ 15 ਆਇਤ। ਤਾਂ ਯੂਹੰਨਾ ਦੇ ਚੇਲੇ ਇਹ ਕਹਿੰਦੇ ਹੋਏ ਉਸ ਕੋਲ ਆਏ, ਕਿਉਂ ਅਸੀਂ ਅਤੇ ਫਰੀਸੀ ਵਰਤ ਰੱਖਦੇ ਹਨ, ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ। ਯਿਸੂ ਨੇ ਉਹਨਾਂ ਨੂੰ ਕਿਹਾ, ਜਦੋਂ ਤੱਕ ਬਰਾਤੀਆਂ ਦੇ ਨਾਲ ਲਾੜਾ ਹੈ ਕਿ ਬਰਾਤੀ ਸੋ ਕਰਦੇ ਹਨ। ਉਹ ਦਿਨ ਆ ਜਾਣਗੇ ਜਦੋਂ ਲਾੜਾ ਉਹਨਾਂ ਕੋਲੋਂ ਵੱਖਰਾ ਕੀਤਾ ਜਾਵੇਗਾ ਅਤੇ ਤਦ ਉਹ ਵਰਤ ਰੱਖਣਗੇ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਅਸੀਂ ਰੋਜ਼ਿਆਂ ਦੀ ਸ਼ੁਰੂਆਤ ਵਿੱਚ ਹੀ ਹਾਂ। ਅੱਜ ਤੀਸਰਾ ਰੋਜ਼ਾ ਹੈ ਤੇ ਪ੍ਰਭੂ ਦਾ ਵਚਨ ਸਾਨੂੰ ਅੱਜ ਕਹਿੰਦਾ ਹੈ ਕਿ ਰੋਜ਼ਿਆਂ ਦਾ ਕੋਈ ਮਕਸਦ ਹੁੰਦਾ ਹੈ। ਮਕਸਦ ਇਹ ਹੈ ਕਿ ਅਸੀਂ ਪ੍ਰਭੂ ਦੇ ਨਾਲ ਰਹਿੰਦੇ ਹਾਂ ਜਾਂ ਨਹੀਂ। ਸਾਡੇ ਵਿੱਚੋਂ ਅਕਸਰ ਬਹੁਤ ਸਾਰੇ ਭੈਣ ਭਰਾ 40 ਰੋਜ਼ੇ ਰੱਖਣ ਦਾ ਉਦੇਸ਼ ਕਰਦੇ ਆ, ਪ੍ਰਣ ਚੁੱਕਦੇ ਆ ਕਿ 40 ਰੋਜ਼ੇ ਲਗਾਤਾਰ ਰੱਖਣੇ ਆ। ਬਹੁਤ ਸਾਰੇ ਭੈਣ ਭਰਾ ਇਸ ਤਰ੍ਹਾਂ ਰੋਜ਼ੇ ਰੱਖਦੇ ਵੀ ਆ, ਪਰ ਉਸ ਸਮੇਂ ਦੌਰਾਨ ਉਹ ਸ਼ਾਇਦ ਗਿਰਜੇ ਨਹੀਂ ਜਾਣਗੇ, ਸ਼ਾਇਦ ਪਾਕ ਮਾਂ ਦੀ ਕੁਰਬਾਨੀ ਵਿੱਚ ਨਹੀਂ ਜਾਣਗੇ, ਐਤਵਾਰ ਨੂੰ ਵੀ ਗਿਰਜੇ ਨਹੀਂ ਜਾਂਦੇ। ਇਸ ਤਰ੍ਹਾਂ ਇਹੋ ਜਿਹੇ ਰੱਖੇ ਰੋਜ਼ਿਆਂ ਦਾ ਕੋਈ ਅਰਥ ਨਹੀਂ ਹੋਵੇਗਾ। ਆਤਮਿਕ ਅਤੇ ਧਾਰਮਿਕ ਤੌਰ ਤੇ ਇਸ ਦਾ ਕੋਈ ਅਰਥ ਨਹੀਂ ਹੋਏਗਾ। ਸਿਰਫ ਜਿਸਮਾਨੀ ਤੌਰ ਤੇ ਇਸ ਦਾ ਫਾਇਦਾ ਹੋਏਗਾ, ਕਿਉਂਕਿ ਮੈਡੀਕਲ ਸਾਇੰਸ ਡਾਕਟਰ ਵਗੈਰਾ ਵੀ ਕਹਿੰਦੇ ਹਨ ਕਿ ਜੇਕਰ ਕੋਈ ਇਨਸਾਨ ਹਫਤੇ ਵਿੱਚ ਇੱਕ ਦਿਨ ਰੋਜ਼ਾ ਰੱਖਦਾ ਹੈ ਤਾਂ ਉਸ ਇੱਕ ਦਿਨ ਦਾ ਉਸ ਨੂੰ ਬਹੁਤ ਫਾਇਦਾ ਹੁੰਦਾ ਹੈ। ਸਾਡੇ ਸਰੀਰ ਦਾ ਸਾਰਾ ਢਾਂਚਾ ਅੰਦਰੂਨੀ ਤੌਰ ਤੇ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਮੁਰੰਮਤ ਕਰਦਾ ਹੈ। ਸਰੀਰ ਵਿੱਚ ਕਈ ਵਿਸ਼ਾਲੇ ਪਦਾਰਥ ਹੁੰਦੇ ਆ, ਬਹੁਤ ਸਾਰੀਆਂ ਬਿਮਾਰੀਆਂ ਇਕੱਠੀਆਂ ਹੁੰਦੀਆਂ, ਬਹੁਤ ਸਾਰੀਆਂ ਚੀਜ਼ਾਂ ਵਰਤ ਰੱਖਣ ਦੇ ਦੁਆਰਾ ਹੀ ਸਾਡਾ ਸਰੀਰ ਆਪਣੇ ਆਪ ਦੀ ਮੁਰੰਮਤ ਕਰਦਾ ਹੈ। ਇਸ ਤਰੀਕੇ ਨਾਲ ਜਿਸਮਾਨੀ ਤੌਰ ਤੇ ਸਾਨੂੰ ਫਾਇਦਾ ਹੋ ਸਕਦਾ ਹੈ, ਪਰ ਆਤਮਿਕ ਅਤੇ ਧਾਰਮਿਕ ਤੌਰ ਤੇ ਇਸ ਦਾ ਕੋਈ ਫਾਇਦਾ ਨਾ ਹੋਏਗਾ ਜੇਕਰ ਸਿਰਫ ਅਸੀਂ ਇਹੀ ਸੋਚਿਆ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ 40 ਰੋਜ਼ੇ ਪੂਰੇ ਕਰਨੇ ਹਨ। ਤੇ ਬਹੁਤ ਵਾਰੀ ਇਹ ਵੀ ਦੇਖਿਆ ਜਾਂਦਾ ਹੈ ਕਿ ਸਾਡੇ ਵਿੱਚੋਂ ਬਹੁਤ ਭੈਣ ਭਰਾ ਰੋਜ਼ੇ ਰੱਖਦੇ ਹਨ, 40 ਰੋਜ਼ੇ ਪੂਰੇ ਵੀ ਕਰ ਲੈਂਦੇ ਹਨ,
ਪਰ ਜਿੱਦਾਂ ਦਾ ਉਹਨਾਂ ਦਾ ਜੀਵਨ ਪਹਿਲਾਂ ਸੀ, ਉਹ ਬਾਅਦ ਵਿੱਚ ਫਿਰ ਉਸੇ ਹੀ ਪੁਆਇੰਟ ਤੇ ਆ ਜਾਂਦੇ ਆ, ਉੱਥੇ ਹੀ ਪਹੁੰਚ ਜਾਂਦੇ ਆ ਜਿੱਥੋਂ ਉਹਨਾਂ ਨੇ ਸ਼ੁਰੂ ਕੀਤੇ ਸਨ। ਯਾਨੀ ਕਿ ਜਿੱਦਾਂ ਦਾ ਉਹਨਾਂ ਦਾ ਜੀਵਨ ਪਹਿਲਾਂ ਸੀ, ਉੱਦਾਂ ਦਾ ਹੀ ਉਹਨਾਂ ਦਾ ਜੀਵਨ ਬਾਅਦ ਵਿੱਚ ਹੁੰਦਾ ਹੈ, ਉਹਦੇ ਵਿੱਚ ਕੋਈ ਖਾਸ ਤਬਦੀਲੀ ਨਹੀਂ ਹੁੰਦੀ। ਜੇਕਰ ਇਸ ਤਰ੍ਹਾਂ ਹੈ ਤਾਂ ਅਸੀਂ ਵੀ ਅੱਜ ਜੋ ਵਚਨ ਵਿੱਚ ਸੁਣਿਆ ਹੈ, ਯੂਹੰਨਾ ਦੇ ਚੇਲਿਆਂ ਵਰਗੇ ਹਾਂ। ਸੰਤ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਵਰਗੇ ਹਾਂ। ਉਹ ਪ੍ਰਭੂ ਯਿਸੂ ਦੇ ਚੇਲਿਆਂ ਨੂੰ ਵੇਖਦੇ ਆ ਕਿ ਉਹ ਵਰਤ ਨਹੀਂ ਰੱਖਦੇ, ਫਿਰ ਵੀ ਉਹ ਖੁਸ਼ ਆ, ਫਿਰ ਵੀ ਉਹ ਪ੍ਰਭੂ ਦੇ ਨਾਲ ਰਹਿੰਦੇ ਆ। ਅਸੀਂ ਜੋ ਵਰਤ ਰੱਖਦੇ ਹਾਂ, ਸਾਡੇ ਵਿੱਚ ਉਹੋ ਜਿਹੀ ਖੁਸ਼ੀ, ਉਹੋ ਜਿਹਾ ਆਨੰਦ ਨਹੀਂ ਹੈ। ਫਰੀਸੀ ਉਹ ਵੀ ਵਰਤ ਰੱਖਦੇ ਸੀ, ਪਰ ਉਹਨਾਂ ਵਿੱਚ ਕੋਈ ਇੱਛਾਈ, ਕੋਈ ਚੰਗਿਆਈ ਨਹੀਂ ਹੁੰਦੀ। ਕੁਛ ਇਸ ਤਰੀਕੇ ਨਾਲ ਰੱਖੇ ਰੋਜ਼ਿਆਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਪਿਆਰਿਓ, ਜੇਕਰ ਅਸੀਂ ਰੋਜ਼ੇ ਰੱਖਦੇ ਹਾਂ ਤਾਂ ਅਸੀਂ ਜਿਸਮਾਨੀ ਤੌਰ ਦੇ ਨਾਲ ਨਾਲ, ਯਾਨੀ ਕਿ ਰੋਟੀ ਆ ਜਾਂ ਭੋਜਨ ਆ ਜਾਂ ਇਹ ਸਾਰੀਆਂ ਚੀਜ਼ਾਂ, ਇਹਨਾਂ ਤੋਂ ਪਰਹੇਜ਼ ਕਰਨ ਦੇ ਨਾਲ ਨਾਲ ਅਸੀਂ ਉਹਨਾਂ ਚੀਜ਼ਾਂ ਤੋਂ ਵੀ ਪਰਹੇਜ਼ ਕਰੀਏ ਜੋ ਸਾਡੀ ਆਤਮਿਕਤਾ ਅਤੇ ਸ਼ੁੱਧਤਾ ਨੂੰ ਗੁਨੇਗਾਰ ਬਣਾਉਂਦੇ ਆ। ਯਾਨੀ ਕਿ ਸਾਡੇ ਵਿੱਚ ਜੋ ਬੁਰਾਈਆਂ ਹਨ, ਉਹਨਾਂ ਨੂੰ ਅਸੀਂ ਕੱਢਣ ਲਈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੀਏ। ਵੱਧ ਤੋਂ ਵੱਧ ਪ੍ਰਾਰਥਨਾ ਕਰਨਾ, ਵੱਧ ਤੋਂ ਵੱਧ ਇਸ ਗੱਲ 'ਤੇ ਧਿਆਨ ਰੱਖਣਾ ਕਿ ਮੇਰੇ ਵਿੱਚ ਕਿਹੜੀਆਂ-ਕਿਹੜੀਆਂ ਬੁਰਾਈਆਂ ਹਨ। ਅਤੇ ਇਹ ਰੋਜ਼ਾਂ ਦਾ ਜੋ ਸਮਾਂ ਹੈ, ਇੱਕ ਅਜਿਹਾ ਸਮਾਂ ਹੈ ਮੇਰੇ ਲਈ ਵਿਅਕਤੀਗਤ ਤੌਰ 'ਤੇ ਸੋਚਣਾ ਕਿ ਮੇਰੇ ਲਈ ਇੱਕ ਵਿਅਕਤੀਗਤ ਤੌਰ 'ਤੇ ਇਹੋ ਜਿਹਾ ਸਮਾਂ ਹੈ ਕਿ ਮੈਂ ਆਪਣੇ ਆਪ ਨੂੰ ਸੁਧਾਰ ਸਕਾਂ, ਆਪਣੀ ਬੋਲਚਾਲ ਦੇ ਵਿੱਚ, ਆਪਣੀਆਂ ਸੋਚਾਂ ਦੇ ਵਿੱਚ, ਆਪਣੇ ਕੰਮਕਾਰ ਦੇ ਵਿੱਚ ਸੁਧਾਰ ਲਿਆ ਸਕਾਂ ਕਿ ਜਦੋਂ ਇਹ ਰੋਜ਼ੇ ਪੂਰੇ ਹੋ ਜਾਣ, ਜਦੋਂ ਗੁੱਡ ਫਰਾਈਡੇ ਆਖਰੀ ਰੋਜ਼ਾ ਹੋਵੇਗਾ, ਉਦੋਂ ਤੱਕ ਮੈਂ ਪ੍ਰਭੂ ਯਿਸੂ ਦੇ ਨਾਲ, ਖੁਦਾ ਦੇ ਨਾਲ ਇੱਕ ਬਹੁਤ ਹੀ ਗਹਿਰਾ ਰਿਸ਼ਤਾ ਕਾਇਮ ਕਰ ਸਕਾਂ, ਪ੍ਰਭੂ ਦੇ ਹੋਰ ਨੇੜੇ ਪਹੁੰਚ ਸਕਾਂ। ਫਿਰ ਉੱਥੇ ਇਹੀ ਗੱਲ ਸਾਡੇ 'ਤੇ ਲਾਗੂ ਹੋਏਗੀ ਕਿ ਪ੍ਰਭੂ ਕਹਿੰਦਾ ਹੈ, ਜੋ ਮੇਰੇ ਨਾਲ ਰਹਿੰਦੇ ਹਨ ਉਹ ਹਮੇਸ਼ਾ ਖੁਸ਼ ਰਹਿਣਗੇ, ਉਹਨਾਂ ਵਿੱਚ ਆਤਮਿਕ ਅਤੇ ਧਾਰਮਿਕ ਖੁਸ਼ੀ ਹੋਵੇਗੀ। ਇਹੀ ਹੈ ਰੋਜ਼ੇ ਰੱਖਣ ਦਾ ਮਕਸਦ। ਆਓ ਅਸੀਂ ਇਸ ਮਕਸਦ ਲਈ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ, ਧੰਨਵਾਦ ਕਰਦੇ ਹਾਂ ਸਾਹਮਣੇ ਰੋਜ਼ਿਆਂ ਦਾ ਸਮਾਂ ਬਖਸ਼ਣ ਦੇ ਲਈ। ਪਿਤਾ ਪਰਮੇਸ਼ਵਰ, ਇਹਨਾਂ ਰੋਜ਼ਿਆਂ ਵਿੱਚ ਸਹੀ ਤਰੀਕੇ ਨਾਲ ਦੁਆਵਾਂ ਪ੍ਰਾਰਥਨਾ ਵਿੱਚ ਹਿੱਸਾ ਲੈਣ ਦੇ ਲਈ, ਆਪਣੀ ਆਤਮਿਕਤਾ ਨੂੰ ਹੋਰ ਵਧਾਉਣ ਦੇ ਲਈ ਅਤੇ ਗੁਨਾਹ ਗਲਤੀਆਂ ਤੋਂ ਮਾਫੀ ਹਾਸਲ ਕਰਨ ਲਈ ਸਾਨੂੰ ਆਪਣਾ ਫਜ਼ਲ ਪ੍ਰਦਾਨ ਕਰ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। सूली वाया शाफी नजरां तेनों चढ़ावा मैं, यीशु सूली वाया शाफी नजरां तेनों चढ़ावा मैं, गीत तेरे नाद शाफी लोकां नूं सुनावा मैं, गीत तेरे नाद शाफी लोकां नूं सुनावा मैं। तेरे विच दरबार में आया, दिल नजराना नाल आया, तेरे विच दरबार में आया, दिल नजराना नाल आया, मेरे
सूली वाले शाफी नजरां तैनू चढ़ावा मैं गीत तेरे नाम दे शाफी लोकां नू सुनावा मैं लोकां नू सुनावा मैं लोकां नू सुनावा मैं। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਸਾਡੇ ਰੋਜ਼ਾਂ ਦੀ ਤਪੱਸਿਆ ਦੀ ਕੁਰਬਾਨੀ ਅਸੀਂ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਇਹ ਕੁਰਬਾਨੀ ਸਾਡੇ ਇਰਾਦਿਆਂ ਨੂੰ ਤੇਰੇ ਲਈ ਪ੍ਰਵਾਨਯੋਗ ਬਣਾਵੇ ਅਤੇ ਆਤਮ ਤਿਆਗ ਕਰਨ ਲਈ ਸਾਨੂੰ ਹੋਰ ਸ਼ਕਤੀ ਪ੍ਰਦਾਨ ਕਰੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਹਰ ਸਾਲ ਤੂੰ ਸਾਨੂੰ ਇਹ ਆਨੰਦ ਭਰਿਆ ਸਮਾਂ ਦਿੰਦਾ ਹੈ ਤਾਂ ਜੋ ਇਸ ਵਿੱਚ ਅਸੀਂ ਨਵੀਨ ਕੀਤੇ ਮਨ ਅਤੇ ਦਿਲ ਨਾਲ ਪਾਸਕਾ ਭੇਦਾਂ ਨੂੰ ਸਹੀ ਢੰਗ ਨਾਲ ਮਨਾਉਣ ਦੀ ਤਿਆਰੀ ਕਰੀਏ। ਐ ਬਾਪ, ਤੂੰ ਸਾਨੂੰ ਆਪਣੀ ਪਿਆਰ ਭਰੀ ਭਗਤੀ ਦਾ ਜਜ਼ਬਾ ਦਿੰਦਾ ਹੈ ਅਤੇ ਆਪਣੇ ਗੁਆਂਢੀਆਂ ਦੀ ਪਿਆਰ ਭਰੀ ਸੇਵਾ ਹੋਰ ਉਦਮੀ ਢੰਗ ਨਾਲ ਕਰਨ ਦਾ ਫਜ਼ਲ ਦਿੰਦਾ ਹੈ। ਜਿਵੇਂ ਅਸੀਂ ਉਹਨਾਂ ਘਟਨਾਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਮਸੀਹ ਵਿੱਚ ਸਾਨੂੰ ਨਵਾਂ ਜੀਵਨ ਦਿੱਤਾ ਹੈ, ਤਾਂ ਤੂੰ ਸਾਡੇ ਵਿੱਚ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਸਰੂਪ ਨੂੰ ਪੂਰੀ ਤਰ੍ਹਾਂ ਢਾਲਦਾ ਹੈ। ਇਸ ਲਈ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਅਤੇ ਸਵਰਗ ਦੀਆਂ ਸਾਰੇ ਸੰਤਾਂ ਅਤੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਅਸੀਂ ਇਹ ਐਲਾਨ ਕਰਦੇ ਹਾਂ। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ज़मीन आसमान तेरी वडियाइयां नाल भरे हन उच्चियां विचों सना। ज़मीन आसमान तेरी वडियाइयां नाल भरे हन उच्चियां विचों सना। हुसना 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 हुसना। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। तन है खुदावन दे नाम दे उत्ते जो आंदा है उच्चियां विचों सना। ओ तन है खुदावन दे नाम दे उत्ते जो आंदा है
ਉੱਚਿਆਂ ਵਿੱਚੋਂ ਹੁਸਨਾ 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 पाक 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 खुदावन सदा पाक 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 खुदावन सदा खुदावन सदा लश्करां दा खुदा खुदावन सदा लश्करां दा खुदा। ऐ प्रभु तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਭਾਗ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸ ਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੀ ਹੋਈ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫੇਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਵਾ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਤਾ ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕਵਰ ਸਨ ਯੂਸਫ ਦੇ ਨਾਲ, ਤਾਂ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ।
ਉਸਦੇ ਰਾਹੀਂ ਤੇ ਉਸਦੇ ਨਾਲ ਤੇ ਉਸਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ रूह पाक दी एकता विच सब दलाल ते विद्याई तेरी ही है सदा तो सदा तक आमीन। आओ ਸੇ खुदा दा राज साडे विच आउण लई ओही प्रार्थना दोहराइए जो प्रभु यीशु मसीह ने सानू सिखाई है। ऐ साडे बाप जड़ा तू आसमान उते है, तेरा नाम पाक मन्या जावे, तेरा राज आवे, तेरी मर्जी जिस तरह आसमान उते पूरी हुंदी है जमीन उते भी होवे। साडे रोज दी रोटी अज सानू दे, साडे कसूर सानू माफ कर जिस तरह असीं अपने कसूरवारां नू माफ करदे हां। सानू अजमाइश विच ना पा सगों बुराई तो बचाओ। ऐ प्रभु असीं प्रार्थना करदे हां सब बुराइयां तो सानू बचाओ। अपने रहम नाल साडे दिनां विच शांति दे ताइयों ते दया दी मदद नाल असीं हमेशा गुनाहां तो मुक्त रहिए ਅਤੇ हर मुसीबत तो सुरक्षित रहिए। जिवें मुबारक मीर रखते हुए असीं यीशु मसीह साडे मुक्ति दाते दे आउण दी उਡੀਕ करदे हां। क्यों जो राज कुदरत अते जलाल युगो युग तेरा ही है। ऐ प्रभु यीशु मसीह तो अपने रसूलां नूं आख्या मैं तुहानूं शांति दिंदा हां, अपनी शांति मैं तुहानूं प्रदान करदा हां। तो साडे गुनाहां नूं नहीं सगों अपनी कलीसिया दे ईमान नूं वेख ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ शांति ਅਤੇ एकता प्रदान कर। तुझे जिंदा ते राज करना है सदा तो सदा तक आमीन। प्रभु ਦੀ शांति सदा ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ शांति ਦਾ ਸਲਾਮ ਦਈਏ। खुदा दे तू दुनिया दे गुनाह नू चुक ले जांदा है। अज साडी उत्ते दया करो, अज साडी उत्ते दया करो। ले खुदा दे तू दुनिया दे गुनाह नू चुक ले जांदा है। अज साडी उत्ते दया करो, अज साडी उत्ते दया करो। ले खुदा दे तू दुनिया दे गुनाह नू चुक ले जांदा है। अज सानू शांति प्रदान करो, अज सानू शांति प्रदान करो। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਫੌਜ ਲਈ ਸੱਦੇ ਗਏ ਹਨ। ऐ प्रभु मैं इस योग्यता नहीं हाँ कि तू मेरी छत थले आवें, पर एक ही शब्द आख अते मेरी रूह चंगी हो जावेगी। प्यासा हिरन जैसे ढूंढे हैं जल को, वैसे प्रभु मैं तुझे खोज रहा। ऐसे प्रभु मैं तुझे खोज रहा। प्यासा हिरन जैसे ढूंढे हैं जल को, ऐसे प्रभु मैं तुझे खोज रहा। ऐसे प्रभु मैं तुझे खोज रहा।
ही मेरे मन की अभिलाषा, तू ही मेरे मन की अभिलाषा। मन तेरे प्रेम से भरता रहूं मैं, मन तेरे प्रेम से भरता रहूं मैं। प्यासा हिरन जैसे ढूंढे हैं जल को, ऐसे प्रभु मैं तुझे खोज रहा, ऐसे प्रभु मैं तुझे खोज रहा, ऐसे प्रभु मैं तुझे खोज रहा, ऐसे प्रभु मैं तुझे खोज रहा। प्यासा हिरन जैसे ढूंढे हैं जल को, ऐसे प्रभु मैं तुझे खोज रहा, ऐसे प्रभु मैं तुझे खोज रहा। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਖੁਦਾ ਸਾਡੇ ਬਾਪ, ਬਖਸ਼ ਦੇ ਕਿ ਇਸ ਭੇਦ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਆਪਣੇ ਬੁਰੇ ਕੰਮਾਂ ਤੋਂ ਸ਼ੁੱਧ ਕੀਤੇ ਜਾਈਏ। ਬਖਸ਼ ਦੇ ਕਿ ਤੇਰੇ ਅਤੀ ਮਹਾਨ ਕੰਮਾਂ ਲਈ ਤੇਰੇ ਲੋਕ ਲਗਾਤਾਰ ਤੇਰਾ ਸ਼ੁਕਰ ਕਰਨ। ਆਪਣੇ ਜੀਵਨ ਦੀ ਤੀਰਥ ਯਾਤਰਾ ਦੇ ਦੌਰਾਨ ਰੋਜ਼ਿਆਂ ਅਤੇ ਤਪੱਸਿਆ ਦੇ ਕੰਮਾਂ ਦੀ ਪਾਲਣਾ ਕਰਦੇ ਹੋਏ ਉਹ ਤੇਰੇ ਕੋਲ ਆ ਕੇ ਤੈਨੂੰ ਆਮੋ ਸਾਹਮਣੇ ਵੇਖਣ ਦੇ ਯੋਗ ਬਣ ਜਾਣ। ਸਾਡੇ ਪ੍ਰਭੂ ਇਸ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਰੇ ਹੋਏ ਕਲਾਮ ਦੀ ਮਾਂ, ਮੇਰੀਆਂ ਅਰਜ਼ਾਂ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। रोवे मरियम लाश यसू दी, आई गोदी विच पाके। रोवे मरियम लाश यसू दी, आई गोदी विच पाके, आई गोदी विच पाके। मूँ सिर चुमदी तरले लैंदी, बोल मूहों एक वारी कहंदी। मूँ सिर चुमदी तरले लैंदी, बोल मूहों एक वारी कहंदी। मेरी दर्द कहानी, मेरी दर्द कहानी सुन कन लाके कोल बिठा के, सुन कन लाके कोल बिठा के। रोवे मरियम लाश यसू दी, आई गोदी विच पाके।
ਰੋਵੇ ਮਰੀਮ ਲਾਸ਼ ਯਿਸੂ ਦੀ, ਆਏ ਗੋਦੀ ਵਿੱਚ ਪਾ ਕੇ, ਆਏ ਗੋਦੀ ਵਿੱਚ ਪਾ ਕੇ।